ਤੁਹਾਡਾ ਸ਼ੋਅ ਮੇਰੀ ਲਾਡੋ ਵਿੱਚ, ਜਿੱਥੇ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕਰਦੇ ਹਾਂ। ਦੁਨੀਆ ਦੇ ਬਹੁਤ ਸਾਰੇ ਰਿਸ਼ਤੇ ਨੇ ਜਿਹੜੇ ਬੜੇ ਕੀਮਤੀ ਹੁੰਦੇ ਨੇ। ਉਹਨਾਂ ਵਿੱਚ ਇੱਕ ਰਿਸ਼ਤਾ ਹੁੰਦਾ ਹੈ ਭੂਆ ਦਾ ਰਿਸ਼ਤਾ। ਹੁਣ ਮੈਂ ਜ਼ਰਾ ਐਮਰੋਜ਼ ਕੋਲੋਂ ਪੁੱਛਾਂਗੀ ਕਿ ਤੁਹਾਡੀ ਭੂਈ ਹੈਗੀ ਕੋਈ? ਕਿੰਨੀਆਂ ਭੂਈਆਂ ਨੇ ਤੁਹਾਡੀਆਂ? 3 ਭੂਈਆਂ। ਨਾਮ ਦੱਸੋ ਉਹਨਾਂ ਦੇ। ਵਾਹ, ਬਹੁਤ ਸੋਹਣੇ ਨਾਮ ਨੇ। ਤੇ ਸਭ ਤੋਂ ਵੱਧ ਤੁਸੀਂ ਕਿਹੜੀ ਭੂਈ ਵੱਲ ਸਭ ਤੋਂ ਵੱਧ ਜਾਂਦੇ ਹੋ? ਅੱਜ परसों ही गए ने उन्होंने वाली सेम टी-शर्ट लैके दित्ती, डॉल लैके दित्ती मैनू लहंगा। ते सोनी भूई ने जी रखड़ी ते हम दोनों ने फ्रॉक लैके दित्ती सी। मेरे सब तो फेवरेट भूई सोनी भूई है ने। उन्हें घर मैं बड़ा रहनी हां। ਉਹਨਾਂ ਘਰ ਜਾ ਕੇ ਤੇ ਵਾਧੂ ਖਾਂਦੇ ਪੀਂਦੇ ਉਹਨਾਂ ਜਾ ਕੇ ਉਹਨਾਂ ਨੂੰ ਮੋਜਾਂ ਲੱਗਦੀਆਂ ਉਹਨਾਂ ਘਰ ਜਾ ਕੇ ਪੀਜ਼ਾ 버ਗਰ ਸਪਰਿੰਗ ਰੋਲ ਸਭ ਕੁਝ ਇਦਾਂ ਹੀ ਆ। ਫਿਰ ਭੂਈਆਂ ਤੇ ਪਿਆਰ ਕਰਦੀਆਂ ਹੀ ਨੇ। ਤੁਹਾਨੂੰ ਪਤਾ ਮੇਰੀ ਵੀ ਇੱਕ ਭੂਆ ਹੈਗੀ। ਅੱਛਾ ਹਾਂ, ਮਿਲਾਵਾਂ ਤੁਹਾਨੂੰ ਆਪਣੀ ਭੂਆ ਨਾਲ? हाँ जी। ਤੁਹਾਨੂੰ ਪਤਾ ਜਦੋਂ ਦਾ ਮੈਂ ਸ਼ੋਅ ਸਟਾਰਟ ਕੀਤਾ ਨਾ, ਮੇਰੀ ਜਾਨ ਖਾਣ ਗਈ ਕਿ ਮੈਨੂੰ ਸ਼ੋਅ 'ਚ ਬੁਲਾ, ਮੈਨੂੰ ਵੀ ਬੱਚਿਆਂ ਨਾਲ ਮਿਲਵਾ। ਮੈਂ ਬੜਾ ਕਿਹਾ ਕਿ ਤੂੰ ਕੀ ਕਰਨਾ ਸ਼ੋਅ 'ਚ ਆ ਕੇ, ਪਰ ਮੇਰੀ ਜਾਨ ਖਾ ਰਹੀ ਸੀ। ਬੁਲਾਣਾ ਮੈਂ? ਹਾਂ, ਬੁਲਾ ਲਓ। ਮਿਲੋਗੇ ਤੁਸੀਂ? ਮਿਲੋਗੇ? ਚਲੋ ਬੁਲਾ। ਸ਼ੱਬੂ ਭੂਈ ਅਨਮੋਲੇ ਆ ਜਾ। ਆ ਗਈ। ਹਾਏ ਓਏ ਓਏ ਅੱਜ ਗੁਰਿੰਦਰ ਆਈ ਆ। ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਚਾਚਾ ਜੀ ਮੈਨੂੰ ਭੂਆ ਘੱਟ ਲੱਗਣ ਦੇ ਨਹੀਂ ਚਾਚਾ ਜਾ ਹੁਣ ਸਾਡੇ ਭੈਣਾਂ ਦੀ ਸ਼ਕਲਾਂ ਮਿਲਦੀਆਂ ਤੇ ਚਾਚਾ ਹੀ ਲੱਗਣਾ ਤੈਨੂੰ। ਹੋਰ ਸੁਣਾ ਕੀ ਹਾਲ ਤੇਰਾ? ਲਿਸਾਂ ਹੋ ਗਿਆ ਗਾਂ ਨਾਲ। ਮੈਨੂੰ ਲੱਗਦਾ ਮੈਂ ਮੋਟਾ ਹੋ ਗਿਆ ਵਾਂ। ਅੱਛਾ, ਤੇ ਮੈਂ ਨਹੀਂ ਮੋਟਾ ਲੱਗਦਾ ਤੈਨੂੰ? ਓ ਛੋਟੂ ਕੀ ਹਾਲ ਹੈ ਪੁੱਤ ਦਾ? ਸਤਿ ਸ਼੍ਰੀ ਅਕਾਲ ਬੋਲੋ ਭੂਆ ਜੀ ਨੂੰ। ਆਹੋ, ਇਹ ਮੇਰੀ ਕੁੱਤ ਗੱਲ ਸੁਣ ਲੈ, ਤੂੰ ਬੜੀ ਬੀਬੀ ਕੁੱਤ ਹੈ। ਸ਼ਿੰਦੇ ਨੇ ਨਾ ਫੇਸਬੁੱਕ ਭਰ ਕੇ ਦਿੱਤੀ ਓ। ਤੂੰ ਇੰਨਾ ਕਰੀ ਵਿਹਲੇ ਹੋ ਕੇ ਆਈ ਤੇ ਤੂੰ ਚੋ ਕੰਨ ਜਦੋਂ ਫ੍ਰੀ ਹੋਗੇ ਨਾ ਤੇ ਮੈਂ ਚਾਹ ਤਰੀ ਹੁੰਦੀ ਜੇ ਵੀ ਹੋ ਕੇ ਜਾਣਾ ਮੇਰੇ ਤੋਂ। ਮੈਨੂੰ ਪਤਾ ਤੂੰ ਤੇ ਧਰੀ ਨਹੀਂ ਚਲੋ ਠੀਕ ਹੈ, ਮੈਂ ਜਾਂਦੀ ਆ। ਆਏ ਜੀ ਅਨਮੋਲ ਜੀ ਤੁਹਾਡੀ ਭੂਆ ਬਹੁਤ ਮਜ਼ਾਕੀ ਹੈ। ਮਜ਼ਾਕੀਆ ਤਾਂ ਹੈਗੀ, ਵੇਲੀ ਵੀ ਹੈਗੀ। ਦੇਖ ਲਓ ਕਿੰਨਾ ਟਾਈਮ ਵੇਸਟ ਕਰ ਗਈ ਸਾਡਾ। ਲੋ ਵਾਵਾ ਰੌਣਕ ਲਾ ਗਈ। ਉਹ ਤੇ ਹੈ। ਪਰ ਚਲੋ ਹੁਣ ਅਸੀਂ ਆਪਣੇ ਐਪੀਸੋਡ ਵੱਲ ਵਧਦੇ ਹਾਂ। ਤੋਂ ਪਹਿਲਾਂ ਤੇ ਤੁਸੀਂ ਦੋਵੇਂ ਕੋਈ ਇਮੋਸ਼ਨਲ ਮੂਮੈਂਟ ਦੱਸੋ। ਇਹ 2 ਸਾਲ ਦੀ ਸੀ ਕਿ ਜਦੋਂ ਦੇ ਪਾਪਾ ਅਸਾਮ ਗਏ। ਉਹਨਾਂ ਨੂੰ ਗਿਆ ਨੂੰ ਮਤਲਬ 3-4 ਦਿਨ ਹੋਏ ਹੋਣੇ ਆ ਤੇ ਇਹ ਬੜੀ ਸੈਡ ਸੀ। ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਉਂ ਉਦਾਸ ਹੈ। ਤੇ ਇੱਕ ਦਿਨ ਆਪਾਂ ਕੋਠੇ ਤੇ ਬੈਠੇ, ਦਸੰਬਰ ਦਾ ਮਹੀਨਾ ਸੀ, ਤੇ ਮੈਂ ਕਿਹਾ ਲਿਆ ਨੂੰ ਪਾਪਾ ਨੂੰ ਵੀਡੀਓ ਕਾਲ ਕਰਦੀ। ਜਦੋਂ ਆਪਾਂ ਵੀਡੀਓ ਕਾਲ ਕੀਤੀ ਨਾ ਤੇ ਮੈਂ ਸਾਹਮਣੇ ਦੇਖਿਆ ਕਿ ਪਾਪਾ ਵਾ ਉੱਚੀ ਰੋਣਾ ਸ਼ੁਰੂ ਕਰਤਾ। ਪਾਪਾ, ਮੈਂ ਪਾਪਾ ਕੋ ਜਾਣਾ, ਮੈਂ ਪਾਪਾ ਕੋ ਜਾਣਾ। ਮੈਨੂੰ ਬਹੁਤ ਸਮਝਾਇਆ ਕਿ ਪਾਪਾ ਨਾ ਪਲੇਨ ਤੇ ਬੈਠ ਕੇ ਗਏ ਆ, ਅਸੀਂ ਨਹੀਂ ਜਾ ਸਕਦੇ। ਫਿਰ ਇਹਨੇ ਥੱਲੇ ਆ ਕੇ ਲਿਫਾਫੇ 'ਚ ਕੱਪੜੇ ਪਾਣੀ ਸ਼ੁਰੂ ਕਰਤੇ। ਮੈਂ ਬਸ ਪਾਪਾ ਕੋ ਜਾਣਾ, ਤੁਸੀਂ ਨਾ ਮੇਰੇ ਢਿੱਡ ਤੇ ਰੱਸੀ ਬੰਨ੍ਹ ਕੇ ਮੈਨੂੰ ਪਲੇਨ ਦੇ ਨਾਲ ਲਟਕਾ ਦਿਓ। ਜਦੋਂ ਪਲੇਨ ਲੰਘਣਾ ਨੂੰ ਉੱਚੀ ਰੋਣ ਲੱਗ ਜਾਣਾ ਕਿ ਮੈਂ ਬਹੁਤ ਪਿਆਰ ਕਰਦੀ ਪਾਪਾ ਨੂੰ, ਮੈਂ ਪਾਪਾ ਕੋ ਵੀ ਜਾਣਾ ਹੈ। ਇਹਦੀ ਬਹੁਤ ਹੀ ਸਵੀਟ ਜੀ ਸਟੋਰੀ ਹੈ ਤੇ ਇੰਨੀ ਨਿੱਕੀ ਜਿਹੀ ਏਜ ਵਿੱਚ ਨੇ ਇੰਨੇ ਸਾਰੇ ਇਮੋਸ਼ਨਲ ਸਮਝ ਲਏ ਸੀ। ਹਾਂਜੀ ਵਾਹ। ਤੇ ਹੁਣ ਜ਼ਰਾ ਸੈਕਿੰਡ ਗੇਮ ਵੱਲ ਵਧਦੇ ਆ। ਤੇ ਜਿਹੜੀ ਸਾਡੀ ਸੈਕਿੰਡ ਗੇਮ ਹੈ ਉਹ ਮਦਰਸ ਤੇ ਮਲਟੀਟਾਸਕਰਸ ਹੁੰਦੀਆਂ ਨੇ, ਅਸੀਂ ਸਾਰੇ ਜਾਣਦੇ ਹਾਂ। ਤੇ ਜ਼ਰਾ ਫਾਦਰ ਦੀ ਮਲਟੀਟਾਸਕਿੰਗ ਨੂੰ ਟੈਸਟ ਕਰਨ ਵਾਲੀ ਗੇਮ ਹੈ। ਗੇਮ ਇਹ ਹੈ ਕਿ ਜਿਹੜਾ ਕੰਮ ਮਦਰਸ ਲਗਭਗ ਰੋਜ਼ ਹੀ ਕਰਦੀਆਂ ਨੇ, ਬੇਟੀਆਂ ਦੇ ਕਰੇਲੇ ਕਰਦੀਆਂ ਨੇ। ਹੁਣ ਅਸੀਂ ਚੈੱਕ ਕਰਾਂਗੇ ਕਿ ਜਿਹੜੇ ਫਾਦਰ ਹੈ ਉਹਨਾਂ ਨੂੰ ਇਹ ਕੰਮ ਕਿੰਨਾ ਕੁ ਆਉਂਦਾ ਹੈ। ਠੀਕ ਹੈ, ਤੇ ਅਸੀਂ ਤੁਹਾਨੂੰ ਟੋਟਲ 3 ਮਿੰਟ ਦਾ ਸਮਾਂ ਦੇਵਾਂਗੇ। ਤੁਸੀਂ 3 ਮਿੰਟ ਵਿੱਚ ਇਹ ਕਰੇਲੇ ਕਰਨੇ। ਹਾਂਜੀ ਕਰਾਂਗਾ ਜੀ, ਕਰੇਲੇ ਕਰਦਾ ਇਹਦੇ ਵਿੱਚ ਕਿਹੜੀ ਗੱਲ ਆ ਜੀ। ਕਰੇਲੇ ਕਰਦੇ ਵੇਖਿਆ ਹੀ ਛੋਟੇ ਹੁੰਦੇ ਤੋਂ। ਪਹਿਲਾਂ ਸਿਸਟਰ ਨੂੰ ਕਰਦੇ ਸੀਗੇ ਮੰਮੀ, ਇਹ ਵੀ ਕਰਦੀ ਰਹੀ ਇਹਨਾਂ ਨੂੰ ਕਰੇਲੇ। ਕੋਈ ਵੱਡੀ ਗੱਲ ਨਹੀਂ ਹੈ। ਬੜਾ ਕੰਫੀਡੈਂਸ ਇਹਨਾਂ 'ਚ ਹੈ। ਤੇ ਜਿਹੜੇ ਤੁਹਾਨੂੰ ਜੱਜ ਕਰਨਗੇ ਉਹ ਤੁਹਾਡੀ ਵਾਈਫ ਹੀ ਹੋਣਗੇ, ਜਿਹੜੇ ਤੁਹਾਡੇ ਕਰੇਲੇ ਜੱਜ ਕਰਨਗੇ। ਫਿਰ ਤੇ ਨਾ ਪਾਸ ਹਾਂ, ਕੋਈ ਚੱਕਰ ਹੀ ਨਹੀਂ। ਠੀਕ ਹੈ, ਤੇ ਫਿਰ ਤੁਸੀਂ ਰੈਡੀ ਹੋ? ਵਧੀਆ ਜੀ, ਹਲੋ ਤੁਹਾਡਾ ਪ੍ਰੋ। ਲਿਆਓ ਜੀ। ਚਲੋ ਜੀ। ਵਾਹ।
ਵੈਸੇ ਤਾਂ ਸੁਸਾਇਟੀ ਬਹੁਤ ਬਦਲ ਗਈ ਆ, ਪਰ ਹਲੇ ਵੀ ਕਈ ਲੋ ਮੈਂਟੈਲਿਟੀ ਦੇ ਲੋਕ ਨੇ ਜਿਹੜੇ ਕੁੜੀਆਂ ਹੋਣ ਤੇ ਗੱਲਾਂ ਕਰਦੇ ਨੇ। ਤੁਹਾਡੀਆਂ ਤੇ 2 ਬੇਟੀਆਂ ਨੇ, ਤੁਹਾਨੂੰ ਇਹਨਾਂ ਬਾਰੇ ਕੀ ਗੱਲਾਂ ਲੋਕਾਂ ਕੋਲੋਂ ਸੁਣੀਆਂ? ਵੇਖੋ ਜੀ, ਲੋਕਾਂ ਦਾ ਕੰਮ ਤੇ ਗੱਲਾਂ ਕਰਨਾ ਵਾ, ਲੋਕਾਂ ਨੇ ਗੱਲਾਂ ਕਰਦੇ ਰਹਿਣਾ ਵਾ। ਲੋਕਾਂ ਦੀ ਗੱਲਾਂ ਦੀ ਪਰਵਾਹ ਮੈਂ ਕਰਦਾ ਨਹੀਂ, ਨਾ ਮੈਂ ਪਹਿਲਾਂ ਕੀਤੀ ਨਾ ਮੈਂ ਹੁਣ ਕਰਦਾ। ਇਸ ਕਰਕੇ ਲੋਕਾਂ ਦਾ ਕੰਮ ਇੰਨਾ ਵਾ ਵੀ ਇੱਧਰੋਂ ਗੱਲ ਕੀਤੀ, ਕਦੀ ਕਿਸੇ ਦੇ ਕੰਨ 'ਚ ਕਰਤੀ ਵੀ ਉਹਦੇ 2 ਕੁੜੀਆਂ ਵਾ, ਉਹਦਾ ਮੁੰਡਾ ਹੋਣਾ ਚਾਹੀਦਾ ਸੀਗਾ, ਪਰ ਆਪਾਂ ਕਦੀ ਉਸ ਗੱਲ ਦੀ ਪਰਵਾਹ ਹੀ ਨਹੀਂ ਕੀਤੀ ਵੀ ਮੁੰਡਾ ਜਾਂ ਕੁੜੀ ਆ। ਤੇ ਵੈਸੇ ਮੇਰਾ ਮੁੰਡਾ ਹੀ ਲੱਗਦਾ ਵਾ, ਜਿਹੜੀ ਕੁੜੀ ਆ ਮੈਂ ਮੁੰਡਿਆਂ ਵਰਗੀ ਆ, ਇਹਨੂੰ ਕਦੀ ਮੈਂ ਕੁੜੀ ਸਮਝਿਆ ਹੀ ਨਹੀਂ। ਉਹਨੂੰ ਮੈਂ ਲੋਕੀ ਸਮਝਿਆ ਬਹੁਤ ਕਹਿੰਦੇ ਆਪਾਂ ਕਿਸੇ ਦੀ ਗੱਲ 'ਚ ਵਿਸ਼ਵਾਸ ਨਹੀਂ ਕਰਦੇ। ਲੋਕੀ ਕਹਿੰਦੇ ਕਿ ਨਾ ਕਿਸਮਤ ਹੋਵੇ ਨਾ ਫੇਰ ਹੀ ਮੁੰਡਾ ਹੁੰਦਾ ਹੈ। ਤੇ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਠੀਕ ਹੈ, ਤੁਹਾਡੀ ਗੱਲ ਠੀਕ ਹੈ ਕਿ ਕਿਸਮਤ ਹੋਵੇ ਤੇ ਫੇਰ ਹੀ ਮੁੰਡਾ ਹੁੰਦਾ ਹੈ, ਪਰ ਜੇ ਕਿਸਮਤ ਖੁਸ਼ ਹੋਵੇ ਨਾ ਤੇ ਫੇਰ ਕੁੜੀ ਹੁੰਦੀ ਹੈ। ਤੇ ਸਾਨੂੰ ਕਿਸਮਤ ਨਹੀਂ, ਸਾਨੂੰ ਖੁਸ਼ ਕਿਸਮਤ ਚਾਹੀਦੀ ਹੈ ਕਿ ਸਾਡੀਆਂ 2 ਕੁੜੀਆਂ। ਆਪਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੇ, ਜਿਹੜਾ ਕਹਿੰਦਾ ਕਹੀ ਜਾਵੇ, ਸਾਨੂੰ ਕਿਸੇ ਦੀ ਗੱਲ ਦੀ ਫਰਕ ਨਹੀਂ। ਮੁੰਡਿਆਂ ਤੇ ਕੁੜੀਆਂ ਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਪਤਾ ਫਰਕ ਕੋਈ ਫਰਕ ਹੈ ਹੀ ਨਹੀਂ। ਕੁੜੀਆਂ ਅੱਜ ਕੱਲ੍ਹ ਜ਼ਿਆਦਾ ਤਰੱਕੀ ਕਰ ਰਹੀਆਂ ਵਾ, ਮੁੰਡੇ ਦੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਇੱਕ ਤੇ ਕੰਮਾਂ ਕਰਨ ਦਾ ਉਤਰਾਂ ਦਾ ਹਾਲ ਆ ਕਿ ਲੋਕੀ ਕਹਿੰਦੇ ਆ ਜੀ ਮੁੰਡੇ ਫਿਰ ਨਸ਼ਿਆਂ 'ਚ ਪੈ ਜਾਂਦੇ ਆ, ਕੁੜੀਆਂ ਕੰਮ ਕਰਕੇ ਅੱਗੇ ਵਧਦੀਆਂ ਵਾ, ਟੈਨਸ਼ਨ ਮਾਈਂਡ ਫਰੀ ਹੁੰਦਾ ਜਿਹਨਾਂ ਨਾਲ ਕੁੜੀਆਂ ਹੋਣ, ਜੇ ਆਪਾਂ ਸੋਚੀਏ ਤੇ ਤਰੀਕਿਆਂ ਤੇ। ਤੁਹਾਡੇ ਦੋਵਾਂ ਦੀ ਸੋਚ ਬਹੁਤ ਹੀ ਵਧੀਆ ਹੈ ਤੇ ਇਹ ਦੋਵੇਂ ਬਹੁਤ ਲੱਕੀ ਨੇ ਜੋ ਤੁਹਾਡੇ ਵਰਗੇ ਮਾਪਿਓ ਮਿਲੇ ਨੇ। ਇਹ ਸਾਡੇ ਵਾਸਤੇ ਤਾਂ ਮੁੰਡਾ ਹੀ ਹੈ। ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਤੇ ਹਰ ਇੱਕ ਧੀਆਂ ਨੂੰ ਤੁਹਾਡੇ ਵਰਗੇ ਮਾਪਿਓ ਹੀ ਮਿਲਣੇ ਚਾਹੀਦੇ। ਹੁਣ ਤੱਕ ਅਸੀਂ ਸੀਰਤ ਤੇ ਐਮਰੋਜ਼ ਦੇ ਪਰਿਵਾਰ ਨਾਲ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਨੇ, ਹਲੇ ਬਹੁਤ ਸਾਰੀਆਂ ਗੱਲਾਂ ਬਾਕੀ ਨੇ ਜੋ ਅਸੀਂ ਬ੍ਰੇਕ ਤੋਂ ਬਾਅਦ ਕਰਾਂਗੇ। ਤੋਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੇ ਤੁਹਾਡਾ ਪੁੱਤ ਵੀ ਹੈ ਸਰਵਣ ਪੁੱਤ ਤੇ ਰੱਖਦਾ ਹੈ ਤੁਹਾਡਾ ਖੂਬ ਖਿਆਲ, ਤਾਂ ਤੁਸੀਂ ਵੀ ਬਣ ਸਕਦੇ ਹੋ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ। ਦਿੱਤੇ ਹੋਏ ਨੰਬਰਾਂ ਤੇ ਕਰੋ ਸੰਪਰਕ ਤੇ ਅਸੀਂ ਆਵਾਂਗੇ ਤੁਹਾਡੇ ਘਰ, ਮਿਲਾਂਗੇ ਤੁਹਾਨੂੰ ਤੇ ਤੁਹਾਡੇ ਸਰਵਣ ਪੁੱਤ ਨੂੰ ਤੇ ਜਾਣਾਂਗੇ ਤੁਹਾਡੇ ਸਰਵਣ ਪੁੱਤ ਦੀ ਜ਼ਿੰਦਗੀ ਬਾਰੇ। ਸਿਰਫ ਤੇ ਸਿਰਫ ਸਾਡੇ YouTube ਚੈਨਲ ਅਨਮੋਲ ਸਿਤਾਰੇ ਤੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਸ਼ੋਅ ਮੇਰੀ ਲਾਡੋ ਵਿੱਚ, ਜਿੱਥੇ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕਰਦੇ ਹਾਂ। ਤੇ ਹੁਣ ਫੇਰ ਵਾਰੀ ਆ ਗਈ ਹੈ ਇੱਕ ਗੇਮ ਦੀ, ਤੇ ਮੇਰੇ ਕੋਲ ਤੁਹਾਡੇ ਲਈ ਇੱਕ ਗੇਮ ਹੈ। ਇਹ ਗੇਮ ਨਾ ਸਪੀਡ ਗੇਮ ਹੈ ਕਿ ਇਹਦੇ ਵਿੱਚ ਤੁਹਾਡੀ ਸਪੀਡ ਚੈੱਕ ਹੋਏਗੀ ਕਿ ਤੁਸੀਂ ਕਿੰਨੀ ਕੁ ਛੇਤੀ ਆਨਸਰ ਦਿਓ। ਠੀਕ ਹੈ, ਮੈਂ ਤੁਹਾਨੂੰ ਦੋਵਾਂ ਨੂੰ ਬੱਚਿਆਂ ਦੇ ਕੁਝ ਨਾਰਮਲ ਜਿਹੇ ਸਵਾਲ ਪੁੱਛਾਂਗੀ ਜਿਹੜੇ ਆਮ ਤੌਰ ਤੇ ਸਾਰੇ ਮਾਪਿਆਂ ਨੂੰ ਪਤਾ ਹੀ ਹੁੰਦੇ ਨੇ, ਤੇ ਤੁਹਾਡੇ ਦੋਵਾਂ ਵਿੱਚੋਂ ਜਿਹਨੂੰ ਵੀ ਪਹਿਲਾ ਆਨਸਰ ਪਤਾ ਹੋਊਗਾ ਉਹ ਹੱਥ ਖੜਾ ਕਰ ਦੇਗਾ ਤੇ ਨਾਲੇ ਕਹਿ ਦੇਗਾ ਕਿ ਮੈਨੂੰ ਪਤਾ ਹੈ। ਠੀਕ ਹੈ, ਤੇ ਜਿਹੜਾ ਵੀ ਪਹਿਲਾ ਹੱਥ ਖੜਾ ਕਰੇਗਾ ਉਹਦੀ ਵਾਰੀ ਆ ਜਾਊਗੀ ਤੇ ਉਹਨੂੰ ਮੌਕਾ ਮਿਲੂਗਾ ਆਨਸਰ ਦੇਣ ਦਾ। ਅੱਛਾ, ਪਹਿਲਾ ਸਵਾਲ। ਹਾਂਜੀ, ਤੇ ਪਹਿਲਾ ਸਵਾਲ ਹੈਗਾ ਦੋਵੇਂ ਬੱਚਿਆਂ ਦੀ ਡੇਟ ਆਫ ਬਰਥ। ਤੁਹਾਨੂੰ ਨਹੀਂ ਪਤਾ? ਦੇਖ ਲਓ, ਪਾਪਾ ਨੂੰ ਯਾਦ ਨਹੀਂ ਹੈ। ਉਹਨਾਂ ਨੂੰ ਬਹੁਤ ਜਲਦੀ ਗੱਲਾਂ ਭੁੱਲ ਜਾਂਦੀਆਂ। ਚਲੋ ਫਿਰ ਦੱਸੋ ਆਨਸਰ। ਸੀਰਤ ਦੀ ਗਿਆ 8 ਜਨਵਰੀ 1912। ਸੀਰਤ ਦੀ ਗਿਆ 8 ਜਨਵਰੀ 2012 ਤੇ ਇਹਦੀ ਗਿਆ 15 ਫਰਵਰੀ 2016। ਠੀਕ ਹੈ, ਤੇ ਤੁਹਾਨੂੰ ਨਹੀਂ ਪਤਾ। ਚਲੋ ਨੈਕਸਟ ਕੁਐਸਚਨ। ਦੋਵਾਂ ਦਾ ਫੇਵਰਿਟ ਟੀਵੀ ਸ਼ੋ? ਉਹਨਾਂ ਨੇ ਪਹਿਲਾ ਹੱਥ ਖੜਾ ਦੱਸੋ। ਉਹ ਧੀਰੇ ਤੂੰ ਨਹੀਂ ਦੱਸਣਾ। ਨਹੀਂ, ਮੈਨੂੰ ਯਾਦ ਸੀਗਾ ਇਹਦਾ ਯਾਰਾ ਪਾਰਲੀਮੈਂਟ ਦਾ ਤਾਂ ਜਦੋਂ ਮੇਰਾ ਆਉਂਦਾ ਨਾ ਸਾਰੇ ਘੜੀ ਉਹੀ ਲੱਗਾ ਇਹਦਾ ਸਾਰਾ ਦਿਨ ਉਹੀ ਚੱਲਦਾ ਰਹਿੰਦਾ ਹੈ। ਉਹਨੇ ਰਾਤੀ 10:30 ਵਜੇ ਨਹੀਂ ਉਹਨੇ ਕਹਿਣਾ ਮੈਂ ਜੀਤਾ ਦੇ ਬਸ ਠੀਕ ਜਿੱਦਾਂ ਹੈ, ਦੀ ਸ਼ਕਤੀ ਕੋਈ ਹੈ ਮੈਂ ਵੇਖ ਕੇ ਹੀ ਸੋਣਾ, ਰੋਜ਼ ਵੇਖਣਾ ਰੈਗੂਲਰ। ਠੀਕ ਹੈ। ਚਲੋ ਨੈਕਸਟ ਕੁਐਸਚਨ। ਦੋਵਾਂ ਦਾ ਫੇਵਰਿਟ ਖਿਡੌਣਾ? ਉਹਨਾਂ ਨੇ ਦੱਸੋ। ਇਹਦਾ ਢੋਲ ਹੈ ਤੇ ਇਹਦੀ ਵੈਸੇ ਢੋਲ ਹੈ। ਪਹਿਲੇ ਤੇ ਸੌਫਟਵੇਅਰ ਹੈਗੀ ਸੀ ਲੇਕਿਨ ਹੁਣ ਦੋਨਾਂ ਦਾ ਢੋਲ ਹੈ ਸੇਮ ਹੈ। ਇਹਦਾ ਤੇ ਉਹੀ ਹਿਸਾਬ ਹੋ ਗਿਆ। ਇਹ ਕਾਲੀ ਬੱਕਰੀ ਕੀ ਗਾਂਦੀ ਆ, ਇਹ ਚਿੱਟੀ ਬੱਕਰੀ ਕੀ ਗਾਂਦੀ ਆ। ਪਰ ਫਿਰ ਵੀ ਉਹ ਕੌਨਫੀਡੈਂਸ ਨਾਲ ਆਨਸਰ ਦੇਂਦੇ ਆ। ਚਲੋ ਨੈਕਸਟ। ਦੋਵਾਂ ਦਾ ਕਲਾਸ ਤੇ ਸੈਕਸ਼ਨ? ਤੁਹਾਨੂੰ ਨਹੀਂ ਪਤਾ?
ਮੈਂ ਹੁੰਦਾ ਹੀ ਨਹੀਂ, ਮੈਂ ਕਿਹੜੀ ਕਲਾਸ ਵਾਈ ਕਰੀ ਮੈਂ ਹੀ ਲੈਂਦੀ ਹਾਂ ਨਾ ਕਲਾਸਾਂ ਤਾਂ। ਇਹਦੀ ਕਲਾਸ ਹੈ 4th ਦੀ ਤੇ ਇਹਦੀ UKG 2 ਦੀ। ਠੀਕ ਹੈ, ਵੇਖ ਲਓ ਤੁਹਾਨੂੰ ਨਹੀਂ ਪਤਾ। ਕਲਾਸਾਂ ਹੀ ਲਵਾਉਣੀਆਂ ਮੈਂ ਜਰਾ ਆਪਣੇ ਕੰਮ ਨੂੰ ਚਲੋ ਫਿਰ ਹੁਣ ਨੈਕਸਟ ਕੁਐਸਚਨ, ਦੋਵਾਂ ਦੀ ਬੈਸਟ ਫਰੈਂਡ ਆ ਵੀ ਨਹੀਂ ਪਤਾ ਤੁਹਾਨੂੰ? ਕਲਾਸਾਂ ਨੂੰ ਪਤਾ ਤਾਂ ਪਤਾ ਨਹੀਂ। ਸਕੂਲ ਨਾਲ ਬੰਦ ਹੋਏ ਨਾ 2 ਸਾਲ ਹੋ ਗਏ ਆ। ਇਹਦੀ ਫਰੈਂਡ ਦਾ ਨਾਮ ਹੈ ਦਰਸ਼ੀਨ ਕੌਰ, ਤੇਰੀ ਫਰੈਂਡ ਦਾ ਨਾਮ ਹੈ ਹਨੂਰ। ਠੀਕ ਹੈ, ਤੇ ਦੋਵਾਂ ਦੀ ਕਿਹੜੀ ਐਸੀ ਚੀਜ਼ ਹੈ ਜਿਹੜੀ ਦੋਵਾਂ ਨੂੰ ਬਹੁਤ ਅਪਸੈਟ ਕਰਦੀ? ਆਪਸ ਲੜਾਈ ਝਗੜੇ ਚੀਜ਼ਾਂ ਤੋਂ, ਰਿਮੋਟ ਤੋਂ, ਫੋਨ ਤੋਂ ਠੀਕ ਹੈ, ਹੋ ਸਕਦੇ ਇਹ ਵੀ ਨਹੀਂ ਤੁਹਾਨੂੰ ਪਤਾ? ਹੁਣ ਇਹ ਦੋਵੇਂ ਆਪਸ 'ਚ ਹੁੰਦੀਆਂ ਵਾ, ਮੈਂ ਬਾਹਰ ਹੁੰਦਾ, ਦੋਵੇਂ ਲੜਦੀਆਂ ਹੁੰਦੀਆਂ ਆਪਸ ਵਿੱਚ, ਮੈਨੂੰ ਘੱਟ ਹੀ ਪਤਾ ਲੱਗਦਾ ਕਿਹੜੀ ਗੱਲ ਤੋਂ ਲੜੀਆਂ ਵਾ। ਮੈਨੂੰ ਬਸ ਆਵਾਜ਼ਾਂ ਆਉਂਦੀਆਂ ਕਿ ਇਹ ਲੜਨ ਦਈਆਂ ਵਾ। ਠੀਕ ਹੈ, ਬਹਾਨਾ ਹੋ ਗਿਆ ਤੁਹਾਡਾ ਬਹੁਤ ਹੀ। ਠੀਕ ਹੈ, ਤੇ ਦੋਵਾਂ ਤੋਂ ਸਭ ਤੋਂ ਪਹਿਲਾਂ ਕੌਣ ਸੌਂਦੀ ਹੈ? ਹਾਂਜੀ, ਤੁਸੀਂ ਆਂਦੇ ਸੀ ਤਾਂ ਤੁਸੀਂ ਦੱਸੋ। ਇਹ ਸੌਂ ਉਹ ਸਭ ਤੋਂ ਅੰਦਰ ਉਹ ਸਭ ਨੂੰ ਸੁਣਾ ਕੇ ਸਾਰੇ ਲੋਕ ਵੇਖਦੇ ਨਾ। ਖੁਦਦੀ ਰਹਿੰਦੀ ਹੈ ਇੱਧਰ ਉੱਧਰ ਬਸ। ਇਹਨੇ ਆਪਣਾ ਸੀਰੀਅਲ ਵੇਖਣ ਦਾ ਚੈਂਸ ਉਹ ਨਹੀਂ ਮਿਸ ਕਰਦੀ। ਤੇ ਰਿਜ਼ਲਟ ਦੇ ਸਾਫ਼-ਸਾਫ਼ ਸਾਡੇ ਸਾਹਮਣੇ ਹੈ ਕਿ ਕੌਣ ਜਿੱਤਿਆ ਹੈ। ਤੇ ਹੁਣ ਤੁਹਾਨੂੰ ਯਾਦ ਹੋ ਗਿਆ ਨਾ ਸਾਰਾ ਕੁਝ? ਮੈਂ ਕਿਹਾ ਉਹ ਬਿਲਕੁਲ ਨਹੀਂ ਪਤਾ, ਕਿਉਂ? ਕਿਉਂਕਿ ਮੈਂ ਫਿਰ ਬਾਅਦ ਚ ਭੁੱਲ ਜਾਗਾ। ਹੁਣ ਜਾ ਕੇ ਮੈਨੂੰ 2-3 ਦਿਨ ਬਾਅਦ ਭੁੱਲ ਜਾਣਾ। ਮੈਂ ਮੈਨੂੰ ਹੁਣ ਹੀ ਭੁੱਲ ਗਿਆ, ਠੀਕ ਹੈ, ਹੁਣ ਵੀ ਯਾਦ ਰਹੀਆਂ ਕਿ ਕੀ ਕਿਹਾ ਨੇ। ਹੁਣ ਤੁਸੀਂ ਹਾਰ ਗਏ ਹੋ ਤੇ ਪਨਿਸ਼ਮੈਂਟ ਤੇ ਬਣਦੀ ਹੈ ਹਨਾ ਵੀ ਪਨਿਸ਼ਮੈਂਟ ਦੇਣੀ ਬਣਦੀ ਨਾ ਨਾ। ਚਲੋ ਤੇ ਫਿਰ ਤੁਹਾਨੂੰ ਪਨਿਸ਼ਮੈਂਟ ਇਹ ਆ ਕਿ ਤੁਸੀਂ ਸਾਨੂੰ ਇੱਕ ਗਾਣਾ ਸੁਣਾਓ ਤੇ ਉਹ ਗਾਣਾ ਤੁਹਾਡਾ ਦੋਵਾਂ ਬੱਚਿਆਂ ਨੂੰ ਡੈਡੀਕੇਟ ਹੋਣਾ ਚਾਹੀਦਾ। ਚਲੋ ਫਿਰ ਸੁਣਾ ਦਿਓ। ਹਰ ਪਲ ਖੈਰ ਮਨਾਉਣ ਏ ਬਾਬਲ ਦੇ ਖੇੜੇ ਦੀ, ਤੀਆਂ ਤੇ ਤਰੇਕਾਂ ਰੌਣਕ ਹੁੰਦੀਆਂ ਵੇੜੇ ਦੀ, ਤੀਆਂ ਤੇ ਤਰੇਕਾਂ ਰੌਣਕ ਹੁੰਦੀਆਂ ਵੇੜੇ ਦੀ। ਬਹੁਤ ਹੀ ਸੋਹਣਾ ਗਾਣਾ ਸੁਣਾਇਆ ਤੁਸੀਂ ਤੇ ਹੁਣ ਤੁਹਾਨੂੰ ਤੇ ਪਨਿਸ਼ਮੈਂਟ ਮਿਲ ਗਈ, ਇਹਨਾਂ ਦਾ ਵੀ ਕੁਝ ਸੁਣਾਉਣਾ ਬਣਦਾ ਹੈ। ਕਿਉਂਕਿ ਜਦੋਂ ਤੁਸੀਂ ਗਾ ਰਹੇ ਸੀ ਕਾਫੀ ਉਤਸ਼ਾਹਿਤ ਸੀ ਗਾਉਣ ਵਾਸਤੇ। ਇਹਨਾਂ ਕੋ ਵੀ ਸੁਣ ਲਈ ਕੁਝ? ਚਲੋ ਫਿਰ ਤੁਸੀਂ ਵੀ ਸੁਣਾ ਦਿਓ। ਕਹਿੰਦੇ ਨੇ ਬੀਟ ਹੋ ਗਈ ਹੈ। ਚਲੋ ਫਿਰ ਡਿਊਟੀ ਸੁਣਾ ਦਿਓ ਭਾਵੇਂ। ਨਹੀਂ ਮੈਂ ਗਾਣਾ ਨਹੀਂ ਸੁਣਾ ਸਕਦੀ, ਉਹ ਵੀ ਮੈਂ ਇੱਕ ਲੋਕਾਂ ਨੂੰ ਮੈਸੇਜ ਦੇ ਸਕਦੀ ਹਾਂ, ਕੁਝ 2 ਲਾਈਨਾਂ ਬੋਲ ਸਕਦੀ ਹਾਂ। ਧੀਆਂ ਰੂਹਾਂ ਰੱਬ ਦੀਆਂ ਰੰਗੀਆਂ ਨੇ, ਧੀ ਜੰਮਣ ਤੇ ਰੋਣ ਵਾਲਿਓ, ਧੀਆਂ ਪੁੱਤਰਾਂ ਨਾਲੋਂ ਕਈ ਗੁਣਾ ਚੰਗੀਆਂ ਨੇ। ਬਸ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ, ਜਿਹੜੇ ਲੋਕੀ ਕਹਿੰਦੇ ਆ ਕਿ ਇਹ ਮੁੰਡਾ ਹੋਣਾ ਚਾਹੀਦਾ ਹੈ, ਕੁੜੀ ਨਹੀਂ ਹੋਣੀ ਚਾਹੀਦੀ, ਜਾਂ ਕੁਝ ਵੀ 2 ਹੋ ਗਈਆਂ ਅੱਜ ਕੱਲ੍ਹ, ਮਤਲਬ ਹੈ ਨਾ। ਤੇ ਮੈਂ ਉਹਨਾਂ ਲੋਕਾਂ ਦੀ, ਜੋ ਵੀ ਲੋਕ ਮੈਨੂੰ ਇਦਾਂ ਦੀ ਗੱਲ ਕਹਿੰਦੇ, ਮੈਨੂੰ ਨਹੀਂ ਬਲਕਿ ਕਿਸੇ ਨੂੰ ਵੀ ਕਹਿੰਦੇ ਨਾ, ਮੈਂ ਉਹਨਾਂ ਨੂੰ ਹਮੇਸ਼ਾ ਇਹੀ ਸਮਝਦੀ ਹਾਂ ਕਿ ਉਹਨਾਂ ਦਾ ਲੈਵਲ, ਉਹਨਾਂ ਦੀ ਸੋਚ ਬਹੁਤ ਥੱਲੇ ਹੈ, ਕਿ ਉਹ ਦੁਨੀਆ ਦੇ ਬਰਾਬਰ ਤੱਕ ਨਹੀਂ ਆਏ ਕਿ ਜਿਹੜੇ ਲੋਕ ਇਦਾਂ ਸੋਚਦੇ ਨੇ। ਅੱਜ ਕੱਲ੍ਹ ਕੋਈ ਫਰਕ ਨਹੀਂ ਹੈ। ਤੁਹਾਡੀ ਸੋਚ ਬਹੁਤ ਹੀ ਵਧੀਆ ਹੈ ਤੇ ਥੈਂਕ ਯੂ ਸੋ ਮਚ। ਤੁਸੀਂ ਇੰਨੀਆਂ ਸੋਹਣੀਆਂ ਲਾਈਨਸ ਸਾਡੀ ਆਡੀਅנס ਨੂੰ ਸੁਣਾਓ। ਜਿੱਦਾਂ ਆਮ ਤੌਰ ਤੇ ਲੋਕੀ ਕਹਿੰਦੇ ਨੇ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਮਾਪਿਓ ਦੀ ਪਰਛਾਈ ਹੁੰਦੇ ਨੇ, ਤੇ ਇਹਨਾਂ ਦੋਵਾਂ 'ਚ ਐਸੀਆਂ ਕਿਹੜੀਆਂ ਆਦਤਾਂ ਨੇ ਜੋ ਤੁਹਾਡੇ ਦੋਵਾਂ ਨਾਲ ਬਹੁਤ ਮੈਚ ਕਰਦੀਆਂ? ਦੇਖੋ ਵੈਸੇ ਤੇ ਇਹਨਾਂ ਦੋਵਾਂ ਦੀਆਂ ਸ਼ਕਲਾਂ ਹੀ ਮੇਰੇ ਨਾਲ ਮੈਚ ਕਰਦੀਆਂ। ਤੇ ਵੈਸੇ ਇਹ ਜਦੋਂ ਸੁਣਦੀ ਹੁੰਦੀ ਨਾ, ਸੁਣਦੀ ਹੋਈ ਮੈਨੂੰ ਇਹ ਲੱਗਦਾ ਜਿਵੇਂ ਮੇਰੇ ਸਟਾਈਲ ਸੁਣਦੀ ਹੈ, ਜਿਸ ਤਰ੍ਹਾਂ ਮੈਂ ਸੁਣਦਾ ਉਤਾਂ ਸੁਣਦੀ ਹੁੰਦੀ ਹੈ। ਦੇਖੋ ਮਲਾਈ ਵੀ ਇਹਨਾਂ ਨੂੰ ਬਹੁਤ ਪਸੰਦ ਹੈ, ਇਹ ਵੀ ਮਲਾਈ ਤੋਂ ਬਿਨਾਂ ਰੋਟੀ ਨਹੀਂ ਖਾਂਦੀ ਹੈ। ਤੇ ਇਹਦੇ ਸ਼ੌਂਕ ਸਾਰੇ ਮੇਰੇ ਵਰਗੇ ਆ। ਛੋਟੇ ਹੁੰਦੇ ਮੈਂ ਵੀ ਬਹੁਤ ਮੇਕਅਪ ਕਰਦੀ ਸੀ ਤੇ ਇਹਨੂੰ ਵੀ ਬਹੁਤ ਹੁੰਦਾ ਕਿ ਮੈਂ ਮੇਕਅਪ ਕਰਾਂ। ਤੇ ਮਤਲਬ ਸਾਡੇ ਦੋਵਾਂ ਨਾਲ ਇਹਦੇ ਨਾਲ ਹੀ ਮੇਰੀਆਂ ਕਾਫੀ ਆਦਤਾਂ ਰਲਦੀਆਂ ਨੇ, ਖਾਣ ਪੀਣ ਦੀਆਂ, ਕੁਝ ਵੀ ਬੋਲਣ ਦੀਆਂ। ਮੈਨੂੰ ਲੱਗਦਾ ਸੀ, ਇਹਨੂੰ ਵੇਖ ਕੇ ਲੱਗਦਾ ਕਿ ਮੈਂ ਵੀ ਛੋਟੇ ਹੁੰਦੇ ਐਵੇਂ ਕਰਦੀ ਸੀ, ਕਿਉਂਕਿ ਸਾਡੇ ਦੋਵਾਂ ਨਾਲ ਸੇਮ ਹੈਗੀਆਂ ਆ। ਤੇ ਜਦੋਂ ਤੁਸੀਂ ਇਹਨਾਂ ਦੋਵਾਂ ਵੱਲ ਵੇਖਦੇ ਹੋ ਤੁਹਾਨੂੰ ਆਪਣਾ ਬਚਪਨ ਕਿੰਨਾ ਕੁ ਯਾਦ ਆਉਂਦਾ? ਮੈਨੂੰ ਤਾਂ ਬਹੁਤ ਯਾਦ ਆਉਂਦਾ ਰੀਅਲ ਵੇਖ ਕੇ। ਮੈਨੂੰ ਆਪਣਾ ਚੇਤਾ ਆਉਂਦਾ ਵੀ ਮੈਂ ਛੋਟੇ ਹੁੰਦਾ ਬਿਲਕੁਲ ਇਸ ਤਰ੍ਹਾਂ ਦਾ ਸੀਗਾ, ਕਿਉਂਕਿ ਇਹਦਾ ਫੇਸ ਇੰਪ੍ਰੈਸ਼ਨ ਪੂਰਾ ਮੇਰੇ ਸਟਰਕਚਰ ਹੋ ਗਿਆ, ਮੇਰੇ ਫੇਸ ਵਰਗਾ ਪੂਰਾ। ਤੇ ਇਹਨੂੰ ਤੇ ਸਾਰੇ ਵੇਖ ਕੇ ਮੈਨੂੰ ਕਹਿੰਦੇ ਕਿ ਸੇਮ ਤੇਰੇ ਵਰਗੀ ਹੈ, ਮੇਰੇ ਉੱਧਰ ਘਰ ਸਾਰੇ ਜਣੇ ਇਹੀ ਕਹਿੰਦੇ ਕਿ ਸੇਮ। ਤੇ ਇਹਦੀ ਮੈਨੂੰ ਵੇਖ ਕੇ, ਮੈਨੂੰ ਆਪਣੀਆਂ ਫੋਟੋਜ਼ ਵੇਖ ਕੇ ਮੈਨੂੰ ਲੱਗਦਾ ਕਿ ਪੂਰੀ ਮੇਰੇ ਵਰਗੀ। ਮੈਨੂੰ ਆਪਣਾ ਬਚਪਨ ਯਾਦ ਆਇਆ। ਕਈ ਵਾਰੀ ਜੂੜਾ ਵੀ ਕਰ ਦਿੰਦਾ ਹੁੰਦਾ, ਜੂੜਾ ਕਰਕੇ ਪਟਕਾਵਾਂ ਨੇ ਨਾਲ ਲੈ ਜਾਂਦਾ। ਹੁਣ ਮੈਂ ਬੱਚਾ ਕੋਲੋਂ ਪੁੱਛਾਂਗੀ ਕਿਉਂਕਿ ਮੰਮੀ ਪਾਪਾ ਨੇ ਤਾਂ ਦੱਸਤਾ ਕਿ ਕਿਹੜੀਆਂ ਐਸੀਆਂ ਆਦਤਾਂ ਨੇ ਜੋ ਸੇਮ ਨੇ। ਹੁਣ ਮੈਂ ਤੁਹਾਡੇ ਦੋਵਾਂ ਕੋਲੋਂ ਪੁੱਛਾਂਗੀ ਕਿ ਮੰਮੀ ਪਾਪਾ ਦੀਆਂ ਕਿਹੜੀਆਂ ਆਦਤਾਂ ਨੇ ਜਿਹੜੀਆਂ ਤੁਹਾਨੂੰ ਬਿਲਕੁਲ ਨਹੀਂ ਪਸੰਦ ਕਿ ਤੁਸੀਂ ਚਾਹੁੰਦੇ ਹੋ ਚੇਂਜ ਕਰ ਲੈ। ਹਾਂਜੀ ਤੁਸੀਂ ਦੱਸੋ ਪਹਿਲਾਂ ਕਿਹੜੀ ਆਦਤ ਮੰਮਾ ਦੀ ਬਿਲਕੁਲ ਨਹੀਂ ਪਸੰਦ? ਗੁੱਸਾ ਕਰਨਾ। ਇਹਨੂੰ ਹੁੰਦਾ ਕਿ ਸਾਰੇ ਮੇਰੇ ਨਾਲ ਪਿਆਰ ਨਾਲ ਗੱਲ ਕਰਨ, ਅਗਰ ਗੁੱਸੇ ਨਾਲ ਕਰੇਗੀ ਤੇ ਨਹੀਂ ਕਿਸੇ ਦਾ ਕੋਈ ਕੰਮ ਨਹੀਂ ਕਰਦਾ। ਠੀਕ ਹੈ, ਫਿਰ ਤੁਸੀਂ ਚੇਂਜ ਕਰ ਦਿਓ। ਠੀਕ ਹੈ। ਤੇ ਪਾਪਾ ਦੀ ਕਿਹੜੀ ਆਦਤ ਨਹੀਂ ਪਸੰਦ?
ਪਾਪਾ ਦਾ ਵੀ ਗੁੱਸਾ ਇਹ ਹੁੰਦਾ ਕਿ ਮੈਨੂੰ ਕੋਈ ਗੁੱਸੇ ਨਾਲ ਨਹੀਂ ਬੋਲੇ, ਮੈਨੂੰ ਸਭ ਪਿਆਰ ਨਾਲ ਬੋਲੇ। ਠੀਕ ਹੈ। ਸੀਰਤ ਤੁਸੀਂ ਦੱਸੋ। ਮੰਮਾ ਮੈਨੂੰ ਰੋਜ਼ ਜਲਦੀ ਉਠਾ ਦਿੰਦੇ ਨੇ ਪਰ ਮੈਂ ਜਲਦੀ ਨਹੀਂ ਉੱਠਣਾ ਹੁੰਦਾ ਪਰ ਫਿਰ ਮੇਰੀਆਂ ਕਲਾਸਾਂ ਵੀ ਹੁੰਦੀਆਂ ਨੇ। ਤੇ ਪਾਪਾ ਦੀ ਕਿਹੜੀ ਹਰਕਤ ਨਹੀਂ ਪਸੰਦ? ਆਪਾਂ ਦੀ ਇਹ ਗੱਲ ਤਾਂ ਹੀ ਨਹੀਂ ਮਾਰੀ ਜਿਹੜੀ ਅੱਛਾ। ਪਸੰਦ ਨਾ ਠੀਕ ਹੈ। ਦੱਸੋ ਪਾਪਾ ਦੀ ਸੀਗੀ ਕੋਈ? ਨਹੀਂ ਮੈਂ ਕੋਈ ਮੇਰੀ ਇਹੋ ਜਿਹੀ ਆਦਤ ਨਹੀਂ ਜਿਹੜੀ ਇਹਨੂੰ ਗੁੱਸਾ ਕਿਉਂਕਿ ਪਾਪਾ ਦਾ ਪੁੱਤ ਨਾ ਤਾਂ ਵੇਖ ਲਓ ਉਹਨੇ ਦੱਸਤਾ ਸੀ। ਸਮਾਜ ਵਿੱਚ ਹਲੇ ਵੀ ਧੀਆਂ ਦੇ ਪ੍ਰਤੀ ਬਹੁਤ ਸਾਰੇ ਮਾੜੇ ਰੀਤੀ ਰਿਵਾਜ ਨੇ, ਜਿਨ੍ਹਾਂ ਵਿੱਚੋਂ ਇੱਕ ਦਾਜ ਪ੍ਰਥਾ ਹੈ। ਉਹਦੇ ਬਾਰੇ ਤੁਹਾਡੇ ਕੀ ਵਿਚਾਰ? ਦੇਖੋ ਇਹ ਤੇ ਮਤਲਬ ਬਹੁਤ ਹੀ ਗਲਤ ਪ੍ਰਥਾ ਹੈ ਦਾਜ ਪ੍ਰਥਾ, ਜੋ ਲੋਕਾਂ ਨੇ ਐਵੇਂ ਗਿਫਟ ਦੇ ਕੇ ਤੇ ਬਣਾਈ ਹੋਈ ਹੈ ਆਪਣੇ ਆਪ ਹੀ। ਤੇ ਉਹ ਮਤਲਬ ਅਮੀਰਾਂ ਦੇ ਕਰਕੇ ਜਿਹੜੇ ਆਮ ਨੋਰਮਲ ਮਿਡਲ ਕਲਾਸ ਆ ਉਹਨਾਂ ਨੂੰ ਵੀ ਕਰਨਾ ਪੈਂਦਾ ਹੈ। ਮੇਰੀ ਇਹ ਸੋਚ ਹੈ ਕਿ ਤੁਸੀਂ ਆਪਣੀ ਬੱਚੀ ਨੂੰ ਪੜ੍ਹਾਓ ਲਿਖਾਓ, ਅਗਰ ਉਹ ਇੱਕ ਚੰਗੀ ਨੌਕਰੀ ਤੇ ਲੱਗੇਗੀ ਨਾ ਤੇ ਬਸ ਤੁਸੀਂ ਉਹਨੂੰ ਇਹੀ ਦੇਣਾ ਚਾਹੀਦਾ, ਫਿਰ ਸਾਨੂੰ ਕੋਈ ਦਾਜ ਵਗੈਰਾ ਦੇਣ ਦੀ ਕੋਈ ਲੋੜ ਨਹੀਂ ਪਏਗੀ। ਅਗਰ ਉਹ ਇੱਕ ਚੰਗੀ ਨੌਕਰੀ ਤੇ ਲੱਗੇਗੀ ਸਾਨੂੰ ਹੋਰ ਕੋਈ ਚੀਜ਼ ਦੇਣ ਦੀ ਲੋੜ ਨਹੀਂ, ਬਸ ਉਹਦੀ ਜਿਹੜੀ ਪੜ੍ਹਾਈ ਹੈ ਇੱਕ ਵਧੀਆ ਸਿੱਖਿਆ ਹੈ ਨਾ ਉਹੀ ਉਹਦਾ ਦਹੇਜ ਹੈ। ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਅਸੀਂ ਉਮੀਦ ਕਰਦੇ ਹਾਂ ਆਡੀਅנס ਜਿਹੜੇ ਲੋਕੀ ਵੇਖ ਰਹੇ ਨੇ ਉਹਨਾਂ ਤੱਕ ਤੁਹਾਡੀ ਗੱਲ ਪਹੁੰਚੇ। ਤੇ ਹੁਣ ਮੈਂ ਤੁਹਾਡੇ ਤੋਂ ਇਹ ਪੁੱਛਾਂਗੀ ਕਿ ਜਿੱਦਾਂ ਮਾਪਿਓ ਆਮ ਤੌਰ ਤੇ ਕਹਿੰਦੇ ਨੇ ਕਿ ਜਦੋਂ ਤੁਸੀਂ ਸਾਡੀ ਏਜ ਤੇ ਹੋਵੋਗੇ ਫਿਰ ਤੁਹਾਨੂੰ ਪਤਾ ਲੱਗੇਗਾ, ਤੇ ਤੁਸੀਂ ਬੱਚਿਆਂ ਨੂੰ ਇਹੋ ਜਿਹੀ ਕਿਹੜੀ ਐਡਵਾਈਸ ਦੇਣਾ ਚਾਹੋਗੇ ਜੋ ਤੁਸੀਂ ਚਾਹੁੰਦੇ ਹੋ ਕਿ ਜਦੋਂ ਤੁਹਾਡੀ ਏਜ ਤੇ ਹੋਣ ਉਦੋਂ ਉਹਨੂੰ ਅਪਣਾਉਣ, ਉਦੋਂ ਉੱਤੇ ਕੰਮ ਕਰਨ? ਦੇਖੋ ਅਗਰ ਅਸੀਂ ਬੱਚਿਆਂ ਨੂੰ ਹੁਣ ਤੋਂ ਹੀ ਸਹੀ ਗਾਈਡ ਕਰੀਏ, ਸਾਰਾ ਕੁਝ ਸਹੀ ਤਰੀਕੇ ਨਾਲ ਸਮਝਾਈਏ, ਦੱਸੀਏ, ਕਰੀਏ ਸਾਰਾ ਕੁਝ, ਫਿਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਅੱਗੇ ਜਾ ਕੇ ਸਾਨੂੰ ਦੱਸਣਾ ਪਏਗਾ ਕਿ ਹੁਣ ਤੁਸੀਂ ਇੱਦਾਂ ਕਰੋ, ਕਿਉਂਕਿ ਜੋ ਇਹ ਬਚਪਨ ਤੋਂ ਸਿੱਖਣਗੇ ਅਗਰ ਸਹੀ ਹੈ ਤੇ ਅੱਗੇ ਵੀ ਸਹੀ ਹੋਏਗਾ, ਅਗਰ ਗਲਤ ਹੈ ਤੇ ਅੱਗੇ ਵੀ ਗਲਤ ਹੈ। ਜਿੱਦਾਂ ਆਮ ਤੌਰ ਤੇ ਲੋਕੀ ਕਹਿੰਦੇ ਨੇ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਤੇ ਵਿਆਹ ਕਰਵਾ ਕੇ ਆਪਣੇ ਘਰ ਚਲੇ ਜਾਣਾ, ਤੇ ਤੁਸੀਂ ਲਾਸਟ ਤੇ ਉਹ ਜੀ ਕਿਹੜੀ ਗੱਲ ਕਹੋਗੇ ਜੋ ਜਿਹੜੀ ਆਹ ਵਾਲੀ ਗੱਲ ਹੈ ਇਹ ਗਲਤ ਸਾਬਿਤ ਹੋ ਜਾਏ? ਮੈਂ ਆਡੀਅנס ਨੂੰ ਇਹੀ ਮੈਸੇਜ ਦੇਣਾ ਚਾਹਾਂਗੀ, ਦੇਖੋ ਅੱਜ ਕੱਲ ਕੁੜੀਆਂ ਜਾਂ ਮੁੰਡੇ ਕੁਝ ਵੀ ਹੈ ਸਟੱਡੀ ਬੇਸ ਤੇ ਬਾਹਰ ਚਲੇ ਜਾਂਦੇ ਨੇ ਹੈ ਨਾ, ਅਗਰ ਜਿਨ੍ਹਾਂ ਦੇ ਮੁੰਡੇ ਵੀ ਹੈ ਨਾ ਤੇ ਉਹ ਵੀ ਵਿਆਹ ਤੋਂ ਬਾਅਦ ਵੱਖਰੇ ਰਹਿਣ ਲੱਗ ਜਾਂਦੇ ਨੇ, ਤੇ ਜਿਨ੍ਹਾਂ ਦੀਆਂ ਕੁੜੀਆਂ ਨੇ ਅਗਰ ਉਹਨਾਂ ਦਾ ਵਿਆਹ ਹੋ ਕੇ ਅਗਰ ਦੂਸਰੇ ਘਰ ਵੀ ਚਲੇ ਜਾਂਦੀਆਂ ਨੇ, ਤੇ ਲੇਕਿਨ ਜਿਹੜੀਆਂ ਕੁੜੀਆਂ ਨੇ ਉਹ ਆਪਣੇ ਮਾਪੇ ਦਾ ਸਾਥ ਕਦੀ ਵੀ ਨਹੀਂ ਛੱਡਦੀਆਂ, ਚਾਹੇ ਉਹ ਵਿਆਹ ਕੇ ਦੂਸਰੇ ਘਰ ਚਲੀ ਜਾਣ ਤੇ ਚਾਹੇ ਉਹ ਬਜ਼ੁਰਗ ਹੋ ਜਾਣ, ਕੁਛ ਵੀ ਉਹ ਆਪਣੇ ਮਾਪੇ ਦਾ ਸਾਥ ਕਦੀ ਨਹੀਂ ਛੱਡਦੀ। ਹਲੇ ਮੁੰਡੇ ਆ ਕਰ ਜਾਂਦੇ ਨੇ ਕਿ ਸੈਪਰੇਟ ਹੋ ਜਾਂਦੇ ਨੇ ਕੁਛ ਵੀ ਹੈ, ਪਰ ਗਰਲਸ ਨਹੀਂ ਕਰਦੀਆਂ। ਦੇਖੋ ਜੀ ਮੈਂ ਤੇ ਆਹ ਕਹਿਣਾ ਚਾਹਾਂਗਾ ਵੀ ਕੁਦਰਤ ਨੇ ਜਦੋਂ ਭਾਵੇਂ ਉਹ ਜਾਨਵਰ ਹੈ, ਭਾਵੇਂ ਪੰਛੀ ਹੈ, ਭਾਵੇਂ ਇਨਸਾਨ ਹੈ, ਕੁਦਰਤ ਨੇ ਇੱਕ ਬੱਚਾ ਦਿੱਤਾ, ਭਾਵੇਂ ਉਹ ਕੁੜੀ ਹੈ, ਭਾਵੇਂ ਉਹ ਮੁੰਡਾ। ਆਪਾਂ ਇਨਸਾਨ ਨੇ ਉਹਦੇ ਵਿੱਚ ਫਰਕ ਪੈਦਾ ਕਰਤਾ, ਜਦ ਕਿ ਹੋਰ ਕਿਸੇ ਵੀ ਜੀਵ ਨੇ ਇਹ ਫਰਕ ਕਦੀ ਨਹੀਂ ਪੈਦਾ ਕੀਤਾ। ਇਸ ਕਰਕੇ ਉਹ ਫਰਕ ਨੂੰ ਆਪਾਂ ਬਿਲਕੁਲ ਆਪਣੇ ਮਾਈਂਡ 'ਚੋਂ ਕੱਢੀਏ, ਕਿਉਂਕਿ ਆਪਾਂ ਕੁਦਰਤ ਦੇ ਉਲਟ ਨਾ ਜਾਈਏ। ਮੇਰਾ ਇਹੀ ਮੈਸੇਜ ਹੈ ਕਿ ਬਸ ਇਨਸਾਨ ਕੁਦਰਤ ਦੇ ਨਾਲ ਚੱਲੇ, ਨਾਲ ਕੁਦਰਤ ਦੇ। ਜੋ ਰੱਬ ਨੇ ਦਿੱਤਾ ਉਹ 'ਚ ਕੁਛ ਨਹੀਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਗੱਲ ਆਡੀਅנס ਤੱਕ ਪਹੁੰਚ ਗਈ ਹੋਏਗੀ। ਬਹੁਤ ਬਹੁਤ ਥੈਂਕ ਯੂ, ਤੁਸੀਂ ਸਾਡੇ ਸ਼ੋਅ ਵਿੱਚ ਆਏ, ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਚੰਗਾ। ਉਮੀਦ ਕਰਦੇ ਹਾਂ ਤੁਸੀਂ ਵੀ ਸ਼ੋਅ ਨੂੰ ਇੰਜੋਏ ਕੀਤਾ। ਜਿਹੜੇ ਸਾਡੇ ਗੈਸਟ ਆਏ ਸੀ ਉਹਨਾਂ ਨਾਲ ਤੇ ਅਸੀਂ ਬਹੁਤ ਸਾਰੀਆਂ ਗੇਮਸ ਖੇਡ ਲੀਆਂ। ਹੁਣ ਟਾਈਮ ਆ ਗਿਆ ਕਿ ਅਸੀਂ ਆਡੀਅנס ਨਾਲ ਵੀ ਥੋੜ੍ਹੀਆਂ ਗੇਮਸ ਖੇਡ ਲਈਏ। ਤੁਹਾਡੇ ਵਾਸਤੇ ਮੇਰੇ ਕੋਲ ਇੱਕ ਸਵਾਲ ਹੈ ਜੋ ਕਿ ਇਸੇ ਸ਼ੋਅ ਵਿੱਚ ਰਿਲੇਟਡ ਹੈ, ਸ਼ੋਅ ਨਾਲ ਰਿਲੇਟਡ ਆ, ਤੇ ਜਿਹੜਾ ਵੀ ਉਹਦਾ ਆਨਸਰ ਸਹੀ ਦੇਗਾ ਉਹਨੂੰ ਮਿਲੇਗਾ ਗਿਫਟ ਪ੍ਰਾਈਜ਼ ਤੇ ਸ਼ੋਅ ਵਿੱਚ ਆਉਣ ਦਾ ਮੌਕਾ। ਤੇ ਤੁਹਾਡਾ ਸਵਾਲ ਇਹ ਹੈ ਕਿ ਸੀਰਤ ਤੇ ਐਮਰੋਜ਼ ਦੀਆਂ ਕਿੰਨੀਆਂ ਭੂਈਆਂ ਨੇ? ਜਿਹੜਾ ਵੀ ਸਹੀ ਜਵਾਬ ਦੇਗਾ ਉਸ ਨੂੰ ਗਿਫਟ ਹੈਂਪਰ ਵੀ ਮਿਲੇਗਾ। ਤੁਸੀਂ ਆਪਣਾ ਆਨਸਰ ਹੇਠਾਂ ਦਿੱਤੇ ਹੋਏ ਨੰਬਰਸ ਤੇ ਦੇ ਸਕਦੇ ਹੋ। ਤੇ ਜੇ ਤੁਸੀਂ ਵੀ ਚਾਹੁੰਦੇ ਹੋ ਸਾਡੇ ਸ਼ੋਅ ਵਿੱਚ ਆਉਣਾ ਆਪਣੀ ਲਾਡੋ ਦੇ ਨਾਲ, ਤੁਸੀਂ ਬਸ ਕਰਨਾ ਇੰਨਾ ਕੁ ਹੈ ਕਿ ਜਿਹੜੇ ਵੀ ਨੰਬਰਸ ਹੇਠਾਂ ਦਿੱਤੇ ਨੇ ਉੱਤੇ ਤੁਸੀਂ ਆਪਣੀ ਲਾਡੋ ਦੀ ਫੋਟੋ ਭੇਜਣੀ ਹੈ। ਫਿਰ ਤੁਸੀਂ ਵੀ ਇੱਥੇ ਆ ਸਕਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਆਪਣਾ ਸਫ਼ਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰੀ ਫਿਰ ਅਸੀਂ ਲਾਡੋ ਲੈ ਕੇ ਆਵਾਂਗੇ, ਉਹਨਾਂ ਦੀ ਨਵੀਂ ਕਹਾਣੀ ਲੈ ਕੇ ਆਵਾਂਗੇ, ਨਵਾਂ ਪਰਿਵਾਰ ਲੈ ਕੇ ਆਵਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ।